ਨਵੀਂ ਦੁਨੀਆ। ਆਖਰ ਮਦਨ ਨੂੰ ਦਫ਼ਤਰੋਂ 2 ਛੁੱਟੀਆਂ ਮਿਲ ਹੀ ਗਈਆਂ। ਇਹ ਛੁੱਟੀਆਂ ਉਸਨੂੰ ਕਈ ਮਹੀਨਿਆਂ ਦੇ ਲਗਾਤਾਰ ਕੰਮ ਪਿੱਛੋਂ ਮਿਲੀਆਂ ਸਨ। ਲਗਾਤਾਰ ਕੰਮ ਜੋ ਉਸਦੇ ਦਿਮਾਗ ਨੂੰ ਘੁੱਟਦਾ ਰਿਹਾ ਸੀ ਤੇ ਸਰੀਰ ਨੂੰ ਸੁਕੜਾਉਂਦਾ ਰਿਹਾ ਸੀ। ਕੰਮ ਕਰਦਿਆਂ ਤੇ ਉਸਨੂੰ ਇਹ ਖਿਆਲ ਨਹੀਂ ਸੀ ਕਿ ਇਸ ਦਾ ਕੋਈ ਇਸ ਕਿਸਮ ਦਾ ਅਸਰ ਹੈ। ਇਹ ਤੇ ਉਸਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹਨਾਂ 2 ਛੁੱਟੀਆਂ ਨੂੰ ਆਪਣੇ ਸਰੀਰ ਦੇ ਅੰਗ-ਅੰਗ ਪੁੱਟੇ-ਪੁੱਟੇ ਵਿੱਚ ਵਸਾ ਕੇ ਉਹ ਘਰ ਨੂੰ ਜਾਣ ਲੱਗਾ। ਦਫ਼ਤਰ ਵਿੱਚ ਵੀ ਜੇ ਕੋਈ ਝਾੜਾਂ ਚੜਾਪਾਂ ਨਾ ਪੈਣ ਤਾਂ ਜਿੰਦ ਵਾਹਵਾ ਸੁਖੀ ਜਾਪਦੀ, ਪਰ ਝਾੜਾਂ ਤੋਂ ਬਚਣਾ ਕੁਝ ਔਖਾ ਹੀ ਸੀ। ਟਾਈਪ ਕਰਨ ਵਿੱਚ ਕੋਈ ਗਲਤੀ ਹੋ ਜਾਂਦੀ, ਕੋਈ ਕਾਗਜ਼ ਇੱਧਰ ਉੱਧਰ ਹੋ ਜਾਂਦਾ ਜਾਂ ਕੋਈ ਚੀਜ਼ ਵਕਤ ਸਿਰ ਲੱਭਦੀ ਨਾ ਤੇ ਫਿਰ ਜਾਨ ਉੱਤੇ ਬੜੀ ਔਖੀ ਬਣਦੀ। ਪਰ ਹੁਣ ਤੇ ਆਖਰ ਛੁੱਟੀਆਂ ਮਿਲ ਗਈਆਂ ਸਨ। 2 ਛੁੱਟੀਆਂ ਲੈਣ ਲਈ ਭਾਵੇਂ ਉਸਨੇ ਕੀ ਬਹਾਨਾ ਕੀਤਾ ਹੋਵੇ, ਅਸਲ ਵਿੱਚ ਉਸਨੂੰ ਕੋਈ ਖਾਸ ਕੰਮ ਨਹੀਂ ਸੀ। ਉਹ ਤੇ ਕੇਵਲ ਛੁੱਟੀਆਂ ਮਾਣਨਾ ਚਾਹੁੰਦਾ ਸੀ। ਘਰ ਜਾ ਕੇ ਤੇ ਘਰ ਜਾਣ ਲਈ ਉਹ ਸਟੇਸ਼ਨ ਵੱਲ ਤੁਰ ਪਿਆ। ਇਹਨਾਂ ਰਸਤਿਆਂ ਤੇ ਉਹ ਪਹਿਲਾਂ ਵੀ ਕਈ ਵਾਰ ਲੰਘਿਆ ਸੀ, ਪਰ ਅੱਗੇ ਨਾ ਤੇ ਕਦੇ ਉਸਨੂੰ ਇੰਨਾ ਕੁਝ ਨਜ਼ਰੀ ਪਿਆ ਸੀ ਤੇ ਨਾ ਹੀ ਆਲਾ ਦੁਆਲਾ ਕਦੀ ਇੰਨਾ ਸਵਾਦੀ ਲੱਗਾ ਸੀ। ਅੱਜ ਤੇ ਹਰ ਸ਼ੈ ਤੇ ਇੱਕ ਨਵੀਂ ਰੰਗਤ ਚੜ੍ਹੀ ਹੋਈ ਸੀ, ਇੱਕ ਨਵੀਂ ਦੁਨੀਆ ਪਈ ਵਸਦੀ ਸੀ। ਸੜਕ ਦੇ ਇੱਕ ਪਾਸਿਓਂ ਕੁਝ ਨੱਚਣ ਗਾਉਣ ਦੀ ਆਵਾਜ਼ ਆ ਰਹੀ ਸੀ, ਜਿਸ ਤਰ੍ਹਾਂ ਕੋਈ ਸਿਨੇਮਾ ਘਰ ਹੋਵੇ, ਕਿਸੇ ਸਿਗਰਟ ਬੀੜੀ ਦਾ ਪ੍ਰਾਪੇਗੰਡਾ ਹੋ ਰਿਹਾ ਸੀ। गले को है साफ करती मज़े की ये बात है, एक बार पी के देखो सीपी की सौगात है। ਗਾਉਣ ਵਾਲੀ ਇੱਕ ਪਾਰਟੀ ਹਾਰਮੋਨੀਅਮ ਨਾਲ ਬੜਾ ਪਿਆਰਾ ਗਾ ਰਹੀ ਸੀ ਤੇ ਨਾਲ ਇੱਕ ਛੋਟੀ ਜਿਹੀ ਕੁੜੀ ਘੁੰਗਰੂ ਪਾਈ ਫੇਰੀਆਂ ਲੈ ਲੈ ਕੇ ਨੱਚ ਰਹੀ ਸੀ। ਢੇਰ ਸਾਰੇ ਮਜ਼ਦੂਰ, ਪਿੰਡਾਂ ਵਿੱਚੋਂ ਆਏ ਹੋਏ ਜੱਟ, ਫਰੰਤੂ ਮੁੰਡੇ ਇਹ ਗਾਉਣ ਸੁਣ ਰਹੇ ਸਨ। ਮਦਨ ਵੀ ਸੁਣਨ ਲਈ ਖਲੋ ਗਿਆ। ਕਿੰਨਾ ਵਧੀਆ ਗਾ ਰਹੇ ਸਨ ਤੇ ਉਹ ਘੁੰਗਰੂਆਂ ਵਾਲੀ ਕੁੜੀ ਕਿਸ ਤਰ੍ਹਾਂ ਤਾਲ ਬੰਨ੍ਹ ਕੇ ਨੱਚ ਰਹੀ ਸੀ। ਜਿਸ ਕਿਸੇ ਨੂੰ ਵੇਲ ਹੋਵੇ ਉਹ ਇਹਨਾਂ ਦਾ ਗਾਣਾ ਸੁਣ ਸਕਦਾ ਸੀ। ਇਸ ਦੁਨੀਆ ਵਿੱਚ ਕਿੰਨੀਆਂ ਮੌਜਾਂ ਨੇ, ਮਦਨ ਨੇ ਸੋਚਿਆ। ਗਾਉਣ ਵਾਲਿਆਂ ਫਿਰ ਗਾਉਣਾ ਬੰਦ ਕਰ ਦਿੱਤਾ। ਕੋਲ ਦੀ ਪਾਨਾਂ ਵਾਲੀ ਹੱਟੀ ਤੋਂ ਉਹ ਪਾਨ ਲੈ ਕੇ ਖਾਣ ਲੱਗ ਪਏ ਤੇ ਮਦਨ ਵੀ ਅਗਾਂਹ ਟੁਰ ਪਿਆ। ਇੱਕ ਆਦਮੀ ਸੜਕ 'ਤੇ ਗਾ ਗਾ ਕੇ ਕਿੱਸੇ ਵੇਚ ਰਿਹਾ ਸੀ। ਜਾਨਦਾਰ ਪੇਂਡੂ ਕਵੀਆਂ ਦੇ ਲਿਖੇ ਹੋਏ ਮਜ਼ੇਦਾਰ ਕਿੱਸੇ, ਜਿਨ੍ਹਾਂ ਉੱਤੇ ਐਕਟਰਸਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ। ਵੇਚਣ ਵਾਲਾ ਨੂੰਹ ਸਹੁਰਾ ਤੇ ਨਿੱਕਾ ਖਸਮ ਤੇ ਵੱਡੀ ਵਹੁਟੀ ਦੇ ਕਿੱਸਿਆਂ ਵਿੱਚੋਂ 94 ਬੈਂਤ ਪੜ੍ਹ ਕੇ ਇਸ ਤਰ੍ਹਾਂ ਦੀ ਹਵਾ ਬਣ ਰਿਹਾ ਸੀ ਜਿਵੇਂ ਲੁੱਚ ਪੁਣੇ ਤੋਂ ਬਿਨਾਂ ਕਿਸੇ ਨੂੰ ਕੋਈ ਹੋਰ ਕੰਮ ਹੀ ਨਾ ਹੋਵੇ। 4 ਆਨੇ ਦੇ ਉਸ ਦੋਵੇਂ ਕਿੱਸੇ ਖਰੀਦ ਲਏ ਤੇ ਪੜ੍ਹਦਾ ਅਗਾਂਹ ਟੁਰੀ ਗਿਆ। ਸਟੇਸ਼ਨ ਦੇ ਨੇੜੇ ਪੇਸ਼ਾਵਰ ਮੰਗਤਿਆਂ ਦੇ ਬੱਚੇ ਖੇਡ ਰਹੇ ਸਨ। ਆਪਣੀਆਂ ਤਰਸਯੋਗ ਸ਼ਕਲਾਂ ਤਿਆਗ ਕੇ ਉਹ ਇਸ ਵੇਲੇ ਹੰਸੂ ਪਏ ਕਰਦੇ ਸਨ ਤੇ ਬੜੇ ਪਿਆਰੇ ਲੱਗਦੇ ਸਨ। ਅੱਧੇ ਇੱਕ ਪਾਸੇ ਹੋ ਕੇ ਪਾਕਿਸਤਾਨੀ ਬਣੇ ਹੋਏ ਸਨ ਤੇ ਅੱਧੇ ਦੂਜੇ ਪਾਸੇ ਹੋ ਕੇ ਹਿੰਦੁਸਤਾਨੀ, ਤੇ ਦਰਖਤਾਂ ਨਾਲੋਂ ਸੱਜਰੇ ਤੋੜੇ ਹੋਏ ਪੱਤਰਾਂ ਵਾਲੇ ਛਾਪਿਆਂ ਨਾਲ ਲੜ ਰਹੇ ਸਨ। ਮਦਨ ਵੀ ਖੜਾ ਹੋ ਕੇ ਉਹਨਾਂ ਦੀ ਲੜਾਈ ਵੇਖਣ ਲੱਗ ਪਿਆ। ਆਜ ਤੂੰ ਮਾਂਗਣੇ ਕਿਉਂ ਨਹੀਂ ਗਏ? ਮਦਨ ਨੇ ਉਹਨਾਂ ਤੋਂ ਹਿੰਦੁਸਤਾਨੀ ਵਿੱਚ ਪੁੱਛਿਆ, ਕਿਉਂਕਿ ਉਹ ਹਿੰਦੁਸਤਾਨੀ ਵਿੱਚ ਹੀ ਲੜ ਰਹੇ ਸਨ। अगर हम हर वक्त मांगते ही रहें बाबूजी, तो हम भी ऐसी मोटरों में चढ़े फिरें। एक मंगते मुंडे ने कोलों लंघदी कार वाल हथ करके कहा। 2-3 घंटे मांगना क्या थोड़ा होता है? 2-3 घंटे मांगने की भी क्या ज़रूरत है? एक होर कांटे जहे मुंडे ने गल फड़ी। आजकल सर्दियों में पतला सा कपड़ा लेकर ठिठुरते हुए स्टेशन के रास्ते पर बैठ जाओ, आधे घंटे में पैसे ही पैसे हो जाएंगे। ਤੇ ਫਿਰ ਉਹ ਆਪੋ ਵਿੱਚ ਲੜਨ ਵਿੱਚ ਜੁਟ ਗਏ। ਮਦਨ ਹੈਰਾਨ ਸੀ ਕਿ ਇਹ ਦੁਨੀਆ ਕੀ ਤਮਾਸ਼ਾ ਹੈ। ਜਦ ਗਰੀਬ ਅਮੀਰ ਸਾਰੇ ਹੀ ਨੱਚ ਰਹੇ ਸਨ, ਖੇਡ ਰਹੇ ਸਨ, ਤਾਂ ਫਿਰ ਇਹ ਵੱਧ ਘੱਟ ਪੈਸਾ ਹੋਣ ਦਾ ਕੀ ਰੌਲਾ ਹੈ? ਇਹ ਤਰੱਕੀ ਤੇ ਸਾਰਿਆਂ ਲਈ ਆਜ਼ਾਦੀ ਦੀ ਗੱਲ ਕੀ ਹੈ? ਇਹ ਉਤਾਂਹ ਨੂੰ ਚੜ੍ਹਨ ਬਾਰੇ ਇੰਨੀ ਘਬਰਾਹਟ ਕਿਉਂ ਹੈ? ਸਟੇਸ਼ਨ 'ਤੇ ਅੱਪੜ ਕੇ ਉਸ ਬੁੱਕ ਸਟਾਲ ਤੋਂ ਅੰਗਰੇਜ਼ੀ ਕਹਾਣੀਆਂ ਦਾ ਸੰਗ੍ਰਹਿ ਖਰੀਦਿਆ ਤੇ ਗੱਡੀ ਵਿੱਚ ਬੈਠਦਿਆਂ ਸਾਰ ਹੀ ਉਹ ਕਹਾਣੀਆਂ ਪੜ੍ਹਨ ਵਿੱਚ ਜੁਟ ਗਿਆ। ਘਰ ਅੱਪੜ ਕੇ ਵੀ ਦੋਵੇਂ ਛੁੱਟੀਆਂ ਉਹ ਕਹਾਣੀਆਂ ਪੜ੍ਹਨ ਵਿੱਚ ਹੀ ਮਸਤ ਰਿਹਾ। ਇਹਨਾਂ ਕਹਾਣੀਆਂ ਵਿੱਚ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ। ਲੇਖਕ ਦੇ ਖਿਆਲ ਵਿੱਚ ਉਹ ਆਦਮੀ ਦੁਨੀਆ ਵਿੱਚੋਂ ਵਧੇਰੇ ਖੱਟਦਾ ਸੀ ਜੋ ਆਜ਼ਾਦੀ ਤੇ ਬੇਫਿਕਰੀ ਨਾਲ ਆਪਣੀਆਂ ਰੁਚੀਆਂ ਪਿੱਛੇ ਜਾਂਦਾ ਸੀ, ਜੋ ਜ਼ਿੰਦਗੀ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਉਸਨੂੰ ਆਪਣੀ ਇੱਛਾ ਅਨੁਸਾਰ ਢਾਲਦਾ ਸੀ। ਵੱਡੇ ਆਦਮੀ ਉਹ ਸਨ ਜਿਨ੍ਹਾਂ ਜੋ ਮਰਜ਼ੀ ਆਈ ਉਹ ਕੀਤਾ,
ਭਾਵੇਂ ਉਹ ਔਖੇ ਹੋਏ ਭਾਵੇਂ ਸੌਖੇ। ਪਾਤਰ ਜਰਨੈਲੀਆਂ ਛੱਡ ਕੇ ਖੁੱਲ੍ਹਾ ਡੁੱਲਾ ਜੀਵਨ ਬਿਤਾਉਂਦੇ ਅਤੇ ਅਖੀਰ 'ਤੇ ਜਦੋਂ ਸਾਰੇ ਜੀਵਨ ਦਾ ਹਿਸਾਬ ਕਿਤਾਬ ਕਰਦੇ ਤਾਂ ਇਹੀ ਕਹਿੰਦੇ ਕਿ ਨਫੇ ਵਿੱਚ ਹੀ ਰਹੇ ਹਾਂ। ਉਹਨਾਂ ਦੇ ਜੀਵਨ ਮਦਨ ਦੇ ਖਿਆਲ ਵਿੱਚ ਸੱਚੀ ਮੁੱਚੀ ਹੀ ਬੜੇ ਵਧੀਆ ਸਨ। ਪਿਆਰ ਦੇ ਜੀਵਨ, ਮਨਮਰਜ਼ੀ ਦੇ ਜੀਵਨ, ਭਲਾ ਇਹਨਾਂ ਨਾਲ ਕਿਸੇ ਹੋਰ ਜੀਵਨ ਦਾ ਕੀ ਟਾਕਰਾ ਸੀ। ਮਦਨ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਹੁਣ ਤੱਕ ਕਿਸੇ ਗਲਤ ਰਸਤੇ 'ਤੇ ਘੁੰਮਦਾ ਰਿਹਾ ਹੋਵੇ ਅਤੇ ਫਿਰ ਘੁੰਮਣ ਘੁਮਾਉਣ ਪਿੱਛੋਂ ਠੀਕ ਰਸਤਾ ਅੱਜ ਉਸਦੀ ਨਜ਼ਰੀ ਪੈ ਗਿਆ ਹੋਵੇ। ਇਸ ਨਵੇਂ ਰਸਤੇ 'ਤੇ ਟੁਰਨ ਦਾ ਉਸਨੂੰ ਬੜਾ ਚਾਅ ਸੀ। ਛੁੱਟੀਆਂ ਤੋਂ ਵਾਪਸ ਆ ਉਹ ਫਿਰ ਆਪਣੇ ਸਟੇਸ਼ਨ 'ਤੇ ਉਤਰਿਆ ਅਤੇ ਘਰ ਜਾਣ ਲਈ ਟਾਂਗੇ 'ਤੇ ਬੈਠ ਗਿਆ। ਅੱਜ ਉਹ ਹਰ ਬੰਦੇ ਦਾ ਦੋਸਤ ਸੀ ਅਤੇ ਹਰ ਵਿੱਚ ਇੱਕ ਡੂੰਘੀ ਦਿਲਚਸਪੀ ਰੱਖਦਾ ਸੀ। ਟਾਂਗੇ ਵਿੱਚ ਬੈਠ ਕੇ ਉਹ ਟਾਂਗੇ ਵਾਲੇ ਨਾਲ ਗੱਲਾਂ ਕਰਨ ਲੱਗ ਪਿਆ। ਜੀ ਟਾਂਗਾ ਚਲਾਉਣ 'ਤੇ ਰੱਬ ਦੁਸ਼ਮਣ ਨੂੰ ਵੀ ਨਾ ਲਾਏ। ਟਾਂਗੇ ਵਾਲਾ ਦਿਲ ਦੀ ਭੜਾਸ ਕੱਢਣ ਲੱਗਾ। ਚੂੜਾ ਹੋਵੇ ਉਸ 'ਤੇ ਵੀ ਤਰਲੇ ਕਰੋ ਅਤੇ ਉਸ ਦਾ ਭਾਰ ਚੁੱਕੋ। 2 ਪੈਸੇ ਦਾ ਸਿਪਾਹੀ ਹੁੰਦਾ ਏ, ਜਦੋਂ ਉਹਦਾ ਜੀ ਕਰੇ ਸਾਡੀ ਪੱਗ ਲਾ ਦਿੰਦਾ ਏ। ਮੈਂ ਤਾਂ ਐਵੇਂ ਵੇਖੋ ਵੇਖੀ ਫਸ ਗਿਆ ਜੇ, ਭਲਾ ਮੈਂ ਕੀ ਲੈਣਾ ਸੀ ਇਸ ਕੰਮ ਵਿੱਚੋਂ। ਜਿਹਦੇ ਪੱਲੇ ਗੁਣ ਹੋਵੇ ਉਹਨੂੰ ਟਾਂਗਾ ਵਾਹੁਣ ਦੀ ਕੀ ਲੋੜ ਏ। ਮੈਂ ਤਾਂ ਚੰਗਾ ਭਲਾ ਬਾਲਟੀਆਂ ਬਣਾਉਂਦਾ ਸਾਂ ਜੇ, ਹੁਣ ਵੀ ਉਸੇ ਹੀ ਕੰਮ 'ਤੇ ਟੁਰ ਜਾਣਾ ਏ। ਜਦੋਂ ਜੀ ਕੀਤਾ ਬੁੱਕਲ ਮਾਰ ਕੇ ਲੱਗ ਗਏ। ਜਿੰਨਾ ਕੰਮ ਕੀਤਾ ਉਹਨੇ ਪੈਸੇ ਲੈ ਕੇ ਲੌਡੇ ਵੇਲੇ ਘਰ ਆ ਗਏ। ਕੋਈ ਵਾਧਾ ਨਹੀਂ, ਕੋਈ ਘਾਟਾ ਨਹੀਂ, ਚਾਕਰੀ ਨਹੀਂ, ਮੁਥਾਜੀ ਨਹੀਂ। ਸਾਰੀ ਦੁਨੀਆ ਚਾਕਰੀ ਅਤੇ ਵਜੇਵੇਂ ਤੋਂ ਖਲਾਸੀ ਖਿਲਾਰ ਰਹੀ ਸੀ। ਕੋਈ ਆਦਮੀ ਬੰਦਸ਼ ਵਿੱਚ ਨਹੀਂ ਰਹਿਣਾ ਚਾਹੁੰਦਾ, ਮਦਨ ਸੋਚ ਰਿਹਾ ਸੀ। ਪਰ ਮੈਂ ਥੋੜ੍ਹੇ ਜਿਹੇ ਪੈਸਿਆਂ ਲਈ ਰੋਜ਼ ਝਾੜਾਂ ਖਾਂਦਾ ਹਾਂ। ਮੈਂ ਵੀ ਕੱਲ੍ਹ ਦਫ਼ਤਰ ਨਹੀਂ ਜਾਵਾਂਗਾ, ਉਸਨੇ ਅਖੀਰ ਫੈਸਲਾ ਕੀਤਾ। ਉਹ ਨਹੀਂ ਜਾਣਦਾ ਸੀ ਕਿ ਜੇ ਉਹ ਦਫ਼ਤਰ ਨਾ ਗਿਆ ਤਾਂ ਹੋਰ ਕੀ ਕੰਮ ਕਰੇਗਾ। ਸ਼ਾਇਦ ਉਸ ਦਾ ਖਿਆਲ ਹੋਵੇ ਕਿ ਉਹ ਵੀ ਕੋਈ ਇਹੋ ਜਿਹਾ ਕੰਮ ਸੋਚ ਲਏਗਾ ਜਿਸ ਵਿੱਚ ਵਜੇਵਾਂ ਨਾ ਹੋਵੇ, ਜਿਸ ਵਿੱਚ ਕਿਸੇ ਦਾ ਡਰ ਨਾ ਹੋਵੇ, ਪੈਸੇ ਭਾਵੇਂ ਥੋੜ੍ਹੇ ਹੀ ਹੋਣ। ਅਗਲੇ ਦਿਨ ਉਹ ਦਫ਼ਤਰ ਲਈ ਤਿਆਰ ਨਾ ਹੋਇਆ। ਰਜਾਈ ਵਿੱਚ ਪਿਆ ਹੀ ਕਹਾਣੀਆਂ ਦੀ ਕਿਤਾਬ ਪੜ੍ਹਦਾ ਰਿਹਾ। ਜੀ ਅੱਜ ਦਫ਼ਤਰ ਨਹੀਂ ਜਾਣਾ? ਉਸਦੀ ਵਹੁਟੀ ਨੇ ਹੈਰਾਨ ਹੋ ਕੇ ਪੁੱਛਿਆ। ਨਹੀਂ ਜੀ, ਕਿਉਂ ਨਹੀਂ ਜਾਣਾ? ਉਹ ਜਾਣਦੀ ਸੀ ਕਿ ਛੁੱਟੀਆਂ ਖਤਮ ਹੋ ਗਈਆਂ ਹਨ। ਬਸ ਹਮ ਨਹੀਂ ਜਾਏਂਗੇ, ਮਦਨ ਨੇ ਆਕੜ ਕੇ ਉਰਦੂ ਵਿੱਚ ਜਵਾਬ ਦਿੱਤਾ ਅਤੇ ਫਿਰ ਕਿਤਾਬ ਪੜ੍ਹਨ ਲੱਗ ਪਿਆ। ਉਸਦੇ ਬੱਚੇ ਉਸਦੇ ਦੁਆਲੇ ਖੇਡਦੇ ਪਏ ਸਨ, ਪਰ ਅੱਜ ਉਹ ਇਹਨਾਂ ਤੋਂ ਖਿੱਚਦਾ ਨਹੀਂ ਸੀ, ਸਗੋਂ ਉਸਨੂੰ ਉਹ ਡਾਢੇ ਪਿਆਰੇ ਲੱਗਦੇ ਸਨ। ਉਸਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸਦੀ ਅਕਲ 'ਤੇ ਕੋਈ ਪੁਰਾਣਾ ਪਰਦਾ ਲੈ ਗਿਆ ਹੋਵੇ। ਅੱਜ ਉਹ ਆਲੇ ਦੁਆਲੇ ਦੇ ਹਰ ਇਸਤਰੀ ਮਰਦ ਨੂੰ ਆਪਣਾ ਜੀਵਨ ਸੁਆਦਲਾ ਬਣਾਉਣ ਬਾਰੇ ਸਲਾਹ ਦੇ ਸਕਦਾ ਸੀ। ਉਸਦਾ ਜੀ ਕਰਦਾ ਸੀ ਕਿ ਲੋਕਾਂ ਦੇ ਘਰੀਂ ਜਾ ਕੇ ਆਖੇ, ਮੈਨੂੰ ਜੀਵਨ ਦਾ ਅਸਲੀ ਭੇਦ ਲੱਭ ਪਿਆ ਹੈ, ਤੁਹਾਡੇ ਭਲੇ ਲਈ ਮੈਂ ਤੁਹਾਨੂੰ ਵੀ ਦੱਸਣ ਆਇਆ ਹਾਂ। ਪਿਛਲੇ ਦਿਨੀਂ ਆਂਢ ਗੁਆਂਢ ਹੋਈਆਂ ਘਟਨਾਵਾਂ ਉਸਨੇ ਇਸ ਨਵੀਂ ਆਈ ਅਕਲ 'ਤੇ ਜਾਚਣੀਆਂ ਸ਼ੁਰੂ ਕੀਤੀਆਂ। ਇਹ ਸਾਹਮਣੇ ਘਰ ਵਾਲੀ ਕੁੜੀ ਜੇ ਉਸ ਦਿਨ ਆਪਣੇ ਦੋਸਤ ਨਾਲ ਦੌੜ ਜਾਂਦੀ ਅਤੇ ਦੁਨੀਆ ਤੋਂ ਡਰ ਕੇ ਉਸਨੂੰ ਨਾ ਕਰਦੀ ਤਾਂ ਬਾਕੀ ਦੀ ਉਮਰ ਬੜੀ ਸੌਖੀ ਕੱਟਦੀ। ਮਦਨ ਨੇ ਦਿਲ ਵਿੱਚ ਫੈਸਲਾ ਕੀਤਾ। ਇਸ ਨਵੇਂ ਵਿਆਹੇ ਮੁੰਡੇ ਨੇ ਬੜੀ ਭਾਰੀ ਗਲਤੀ ਕੀਤੀ ਹੈ, ਜੋ ਚੋਖੇ ਦਾਜ ਪਿੱਛੇ ਪੈ ਕੇ ਆਪਣੇ ਪਿਆਰ ਵਾਲੀ ਕੁੜੀ ਛੱਡ ਕੇ ਦੂਸਰੀ ਨਾਲ ਵਿਆਹ ਕਰਵਾਇਆ। ਉਸਨੇ ਇੱਕ ਹੋਰ ਮਾਮਲੇ 'ਤੇ ਆਪਣੀ ਸਿਆਣੀ ਰਾਏ ਪ੍ਰਗਟ ਕੀਤੀ। ਕਿਤਾਬ ਖਤਮ ਕਰਕੇ ਉਸ ਦੁਪਹਿਰ ਦੀ ਰੋਟੀ ਖਾਧੀ ਅਤੇ ਫਿਰ ਸੋਚਣ ਲੱਗਾ ਕਿ ਉਸਨੇ ਅੱਗੇ ਕੀ ਕਰਨਾ ਹੈ। ਰਾਤ ਤੱਕ ਉਹ ਸੋਚਦਾ ਰਿਹਾ ਪਰ ਸੁੱਝਿਆ ਕੁਝ ਨਾ, ਅਤੇ ਅਖੀਰ ਇਹ ਫੈਸਲਾ ਕੀਤਾ ਕਿ ਅਜੇ ਦਫ਼ਤਰ ਹੀ ਜਾਓ ਅਤੇ ਜਦੋਂ ਕਦੀ ਹੋਰ ਕੋਈ ਕੰਮ ਸੁੱਝੇਗਾ ਤਾਂ ਨੌਕਰੀ ਛੱਡ ਦੇਵਾਂਗਾ। ਅਗਲੀ ਸਵੇਰ ਦਫ਼ਤਰ ਜਾਂਦਿਆਂ ਮਦਨ ਦੇ ਦਿਲ ਵਿੱਚ ਡਰ ਸੀ ਕਿ ਕੱਲ੍ਹ ਦੀ ਗੈਰ ਹਾਜ਼ਰੀ ਦਾ ਕੀ ਬਣੇਗਾ। ਦਫ਼ਤਰ ਵਿੱਚ ਵੀ ਉਸਦੇ ਮਿੱਤਰਾਂ ਦੇ ਦਿਲ ਵਿੱਚ ਘਬਰਾਹਟ ਸੀ ਕਿ ਪਤਾ ਨਹੀਂ ਮਦਨ ਨੂੰ ਕੀ ਸਜ਼ਾ ਮਿਲੇ। 10:30 ਵਜੇ ਮਦਨ ਨੂੰ ਸੁਪਰਡੈਂਟ ਵੱਲੋਂ ਸੱਦਾ ਆ ਗਿਆ। ਸੁਪਰਡੈਂਟ ਸਾਹਿਬ ਆਪਣੇ ਦਫ਼ਤਰ ਵਿੱਚ ਕੁਰਸੀ ਨਾਲ ਢੋਹ ਲਾਈ ਖੜ੍ਹੇ ਸਨ। ਹੱਥ ਵਿੱਚ ਉਹਨਾਂ ਮਗਿਆ ਹੋਇਆ ਸਿਗਰਟ ਫੜਿਆ ਹੋਇਆ ਸੀ। ਕੱਲ੍ਹ ਕਿਉਂ ਨਹੀਂ ਆਏ ਤੁਸੀਂ? ਮਦਨ ਚੁੱਪ ਸੀ। ਇਹ ਵੀ ਤਾਂ ਆਖਰ ਸਰਕਾਰੀ ਦਫ਼ਤਰ ਹੈ। ਇਹ ਤਾਂ ਨਹੀਂ ਨਾ ਹੋ ਸਕਦਾ ਕਿ ਜਦੋਂ ਮਰਜ਼ੀ ਹੋਵੋ ਆਓ ਅਤੇ ਜਦੋਂ ਮਰਜ਼ੀ ਹੋਵੇ ਨਾ ਆਓ। ਜੀ ਇੱਕ ਵਾਰੀ ਮੇਰਾ ਕਸੂਰ ਮਾਫ਼ ਕੀਤਾ ਜਾਏ। ਮਦਨ ਨੇ ਬੜੇ ਔਖੇ ਹੋ ਕੇ ਸੰਘੋਂ ਆਵਾਜ਼ ਕੱਢੀ।
ਪਰ ਉਸ ਦਾ ਅੰਦਰ ਘਿਰ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਬੜੀ ਤੇਲ ਲੱਗੀ ਹੋਈ ਹੈ ਅਤੇ ਜੇ ਝਟਪਟ ਪਾਣੀ ਨਾ ਮਿਲਿਆ ਤਾਂ ਉਹ ਖੜਾ ਨਹੀਂ ਰਹਿ ਸਕੇਗਾ। ਕਸੂਰ ਮਾਫ਼ ਕਰਨਾ ਤੇ ਮੇਰੇ ਵੱਸ ਦੀ ਗੱਲ ਨਹੀਂ। ਤੈਨੂੰ ਪਤਾ ਹੈ ਕਿ ਮੈਂ ਤੈਨੂੰ ਸੀਨੀਅਰ ਕਲਰਕ ਬਣਾਏ ਜਾਣ ਦੀ ਸਿਫਾਰਿਸ਼ ਕੀਤੀ ਸੀ। ਉਹ ਗੱਲ ਤੇ ਹੁਣ ਗਈ। ਤੈਨੂੰ ਸਜ਼ਾ ਕੀ ਮਿਲਣੀ ਹੈ ਇਹ ਫੈਸਲਾ ਡਿਪਟੀ ਸੈਕਟਰੀ ਸਾਹਿਬ ਨੇ ਕਰਨਾ ਹੈ। ਪਰ ਮੁਸ਼ਕਿਲ ਹੈ ਤੇ ਇਹ ਹੈ ਕਿ ਇਹਨਾਂ ਕੱਚੀਆਂ ਨੌਕਰੀਆਂ ਵਿੱਚ ਅਫਸਰ ਜੋ ਸਜ਼ਾ ਚਾਹੇ ਦੇ ਸਕਦਾ ਹੈ। ਨੌਕਰੀਆਂ ਜਵਾਬ ਮਿਲ ਜਾਣਾ ਕੋਈ ਵੱਡੀ ਗੱਲ ਨਹੀਂ। ਮੈਂ ਹੈਰਾਨ ਹਾਂ, ਤੁਸੀਂ ਲੋਕਾਂ ਨੂੰ ਆਪਣੇ ਆਪ ਦਾ ਤੇ ਆਪਣੇ ਬਾਲ ਬੱਚੇ ਦਾ ਰੱਤੀ ਫਿਕਰ ਨਹੀਂ। ਮਦਨ ਦੇ ਲੱਤਾਂ ਪੈਰ ਨਿੱਘਰ ਚੁੱਕੇ ਸਨ। ਉਸ ਨੂੰ ਆਪਣੇ ਸਾਹਮਣੇ ਹਨੇਰਾ ਲੱਗ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦੀ ਛਾਤੀ ਵਿੱਚੋਂ ਕਿਸੇ ਰੁੱਗ ਭਰ ਕੇ ਆਂਦਰਾਂ ਕੱਢ ਲਈਆਂ ਹੋਣ ਤੇ ਉਸ ਦਾ ਸਾਰਾ ਦਿਲ ਨਿਚੋੜ ਲਿਆ ਹੋਵੇ। ਉਹ ਢਹਿਣ ਲੱਗਾ, ਪਰ ਸੁਪਰਡੈਂਟ ਸਾਹਿਬ ਨੇ ਦੇ ਦੋਹਾਂ ਮੋਢਿਆਂ ਨੂੰ ਹੱਥ ਪਾ ਕੇ ਉਹਨਾਂ ਦੀ ਛਾਤੀ 'ਤੇ ਢੋਹ ਲਾ ਕੇ ਡਿੱਗਣੋਂ ਬਚ ਗਿਆ। ਉਸ ਨੂੰ ਇੰਨਾ ਸਮਝਣ ਦੀ ਹੋਸ਼ ਅਜੇ ਬਾਕੀ ਸੀ ਕਿ ਇਸ ਤਰ੍ਹਾਂ ਖੜੇ ਹੋਣਾ ਬੜੀ ਬਦਤਮੀਜ਼ੀ ਹੈ, ਪਰ ਉਹ ਭੌਂ 'ਤੇ ਡਿੱਗਣਾ ਨਹੀਂ ਚਾਹੁੰਦਾ ਸੀ।